ਤੁਗਲਕ ਵੰਸ਼। ਇਸ ਤੋਂ ਪਹਿਲਾਂ ਅਸੀਂ ਕੀਤਾ ਸੀ ਖਿਲਜੀ ਵੰਸ਼। 1316 ਈਸਵੀ ਵਿੱਚ ਅਲਾਉਦੀਨ ਖਿਲਜੀ ਦੀ ਮੌਤ ਹੋ ਗਈ ਸੀ। ਜੋ ਉਸ ਤੋਂ ਬਾਅਦ ਉਸ ਦੇ ਉੱਤਰਾਧਿਕਾਰੀ ਹੋਏ ਉਹ ਸ਼ਕਤੀਸ਼ਾਲੀ ਸਿੱਧ ਨਾ ਹੋਏ, ਤਾਂ ਕਰਕੇ ਗਾਜੀ ਤੁਗਲਕ ਭਾਵ ਗਿਆਸੁਦੀਨ ਤੁਗਲਕ ਨੇ ਆਖਰੀ ਖਿਲਜੀ ਸ਼ਾਸਕ ਨਸਰੁਦੀਨ ਖੁਸਰੋ ਸ਼ਾਹ ਨੂੰ ਮਾਰ ਦਿੱਤਾ ਅਤੇ ਆਪ ਉਸਨੇ ਤੁਗਲਕ ਵੰਸ਼ ਦੀ ਨੀਂਹ ਰੱਖੀ ਸੀ। ਤਾਂ 1320 ਤੋਂ ਲੈ ਕੇ 1414 ਤੱਕ ਤੁਗਲਕ ਵੰਸ਼ ਚੱਲਿਆ। ਤੁਗਲਕ ਵੰਸ਼ ਦਿੱਲੀ ਸਲਤਨਤ ਦੇ ਪ੍ਰਸਿੱਧ ਵੰਸ਼ਾਂ ਵਿੱਚੋਂ ਇੱਕ ਸੀ। ਗਿਆਸੁਦੀਨ ਤੁਗਲਕ ਜਾਂ ਗਾਜੀ ਕਹਿ ਲਓ, ਇਸ ਵੰਸ਼ ਦਾ ਪਹਿਲਾ ਸ਼ਖਸ ਸੀ। ਉਸਨੇ 1320 ਤੋਂ ਲੈ ਕੇ 1325 ਈਸਵੀ ਤੱਕ ਰਾਜ ਕੀਤਾ। ਉਹ ਫੌਜ ਦਾ ਯੋਗ ਸੈਨਾਪਤੀ ਸੀ। ਉਹ ਅਲਾਉਦੀਨ ਖਿਲਜੀ ਦੀ ਫੌਜ ਵਿੱਚ ਸੈਨਾਪਤੀ ਸੀ ਅਤੇ ਜਦੋਂ ਉਸ ਤੋਂ ਬਾਅਦ ਅੱਗੇ ਅਲਾਉਦੀਨ ਖਿਲਜੀ ਦੀ ਮੌਤ ਤੋਂ ਬਾਅਦ ਜੋ ਉਸਦੇ ਉੱਤਰਾਧਿਕਾਰੀ ਸਨ ਉਹ ਜ਼ਿਆਦਾ ਤਾਕਤਵਰ ਨਹੀਂ ਸਨ, ਤਾਂ ਗਾਜੀ ਤੁਗਲਕ ਭਾਵ ਗਿਆਸੁਦੀਨ ਤੁਗਲਕ ਨੇ ਮੌਕਾ ਤਾੜਦੇ ਹੋਏ ਨਸਰੁਦੀਨ ਫਿਰੋਜ਼ ਸ਼ਾਹ ਨੂੰ ਮਾਰਤਾ ਅਤੇ ਆਪ ਤੁਗਲਕ ਵੰਸ਼ ਦੀ ਨੀਂਹ ਰੱਖੀ ਸੀ। ਉਸਨੇ ਰਾਜ ਵਿਚਲੇ ਵਿਦਰੋਹਾਂ ਦਾ ਦਮਨ ਕਰਕੇ ਰਾਜ ਵਿੱਚ ਸ਼ਾਂਤੀ ਸਥਾਪਿਤ ਕੀਤੀ। ਮੁਹੰਮਦ ਬਿਨ ਤੁਗਲਕ ਉਸ ਦਾ ਉੱਤਰਾਧਿਕਾਰੀ ਨਿਯੁਕਤ ਹੋਇਆ। ਜੋ ਗਿਆਸੁਦੀਨ ਤੁਗਲਕ ਸੀਗਾ, ਉਸਦੀ ਮੌਤ ਹੋਈ ਸੀ ਇਹਨੇ ਮੁਹੰਮਦ ਬਿਨ ਤੁਗਲਕ ਨੇ ਆਪਣੇ ਪਿਤਾ ਦੇ ਸਵਾਗਤ ਦੇ ਵਿੱਚ ਇੱਕ ਬਹੁਤ ਵੱਡਾ ਮੰਡਪ ਸਜਾਇਆ ਸੀ। ਉਹ ਮੰਡਪ ਦੇ ਨਾਲ ਹਾਥੀ ਦੀ ਟੱਕਰ ਹੋ ਗਈ ਸੀ, ਜਿਸ ਕਰਕੇ ਗਾਜੀ ਤੁਗਲਕ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਮੁਹੰਮਦ ਬਿਨ ਤੁਗਲਕ ਉਸ ਦਾ ਉੱਤਰਾਧਿਕਾਰੀ ਨਿਯੁਕਤ ਹੋਇਆ ਸੀ। ਮੁਹੰਮਦ ਬਿਨ ਤੁਗਲਕ, ਇਸ ਦਾ ਮੁੱਢਲਾ ਨਾਮ ਸੀ ਯੂਨਾ ਖਾਨ ਵੀ ਨਾਮ ਸੀਗਾ। ਮੁਹੰਮਦ ਬਿਨ ਤੁਗਲਕ ਨੇ 1325 ਤੋਂ 1351 ਈਸਵੀ ਤੱਕ ਰਾਜ ਕੀਤਾ। ਮੁਹੰਮਦ ਬਿਨ ਤੁਗਲਕ ਦਿੱਲੀ ਸਲਤਨਤ ਦਾ ਇੱਕ ਸ਼ਕਤੀਸ਼ਾਲੀ ਸ਼ਖਸ ਸੀ। ਉਸਨੇ 1325 ਤੋਂ 1351 ਈਸਵੀ ਤੱਕ ਰਾਜ ਕੀਤਾ। ਉਹ ਆਪਣੀਆਂ ਕਾਲਪਨਿਕ ਯੋਜਨਾਵਾਂ ਲਈ ਭਾਰਤੀ ਇਤਿਹਾਸ ਵਿੱਚ ਬਹੁਤ ਪ੍ਰਸਿੱਧ ਹੈ। ਉਹ ਬਹੁਤ ਪੜ੍ਹਿਆ ਲਿਖਿਆ ਸੀ, ਪਰੰਤੂ ਉਸ ਦੀ ਅਗਿਆਨਤਾ ਕਾਰਨ ਉਸ ਦੀਆਂ ਸਾਰੀਆਂ ਯੋਜਨਾਵਾਂ ਫੇਲ ਹੋ ਗਈਆਂ ਸਨ। ਉਸ ਦੀਆਂ ਯੋਜਨਾਵਾਂ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ। ਇਸ ਕਰਕੇ ਲੋਕ ਉਸ ਦੇ ਵਿਰੁੱਧ ਹੋ ਗਏ ਸਨ। ਇਹੀ ਕਾਰਨ ਹੈ ਕਿ ਮੁਹੰਮਦ ਬਿਨ ਤੁਗਲਕ ਨੂੰ ਬੁੱਧੀਮਾਨ ਮੂਰਖ ਕਿਹਾ ਜਾਂਦਾ। ਇਹ ਕੁਐਸਚਨ ਬਹੁਤ ਵਾਰੀ ਆਇਆ ਕਿ ਦਿੱਲੀ ਸਲਤਨਤ ਦੇ ਕਿਹੜੇ ਸੁਲਤਾਨ ਨੂੰ ਬੁੱਧੀਮਾਨ ਪੜ੍ਹਿਆ ਲਿਖਿਆ ਮੂਰਖ ਕਿਹਾ ਜਾਂਦਾ, ਤਾਂ ਉਹ ਮੁਹੰਮਦ ਬਿਨ ਤੁਗਲਕ ਸੀ। ਮੁਹੰਮਦ ਬਿਨ ਤੁਗਲਕ ਨੂੰ ਬਹੁਤ ਸਾਰੀਆਂ ਭਾਸ਼ਾਵਾਂ ਦਾ ਗਿਆਨ ਸੀ, ਪੜ੍ਹਿਆ ਲਿਖਿਆ ਸੀਗਾ, ਪਰ ਜੋ ਵੀ ਯੋਜਨਾ ਹੋਈ ਤਾਂ ਇਸ ਦੀ ਮਾੜੀ ਕਿਸਮਤ ਇਹ ਰਹੀ ਕਿ ਹਰੇਕ ਯੋਜਨਾ ਫੇਲ ਹੋ ਗਈ। ਜਾਂ ਤਾਂ ਕਹਿ ਸਕਦੇ ਹਾਂ ਕਿ ਲੋਕ ਇਸ ਨੂੰ ਨਹੀਂ ਸਮਝ ਸਕੇ ਜਾਂ ਲੋਕਾਂ ਨੂੰ ਇਹ ਨਹੀਂ ਸਮਝ ਸਕਿਆ, ਅਤੇ ਲੋਕ ਇਸ ਨੂੰ ਪੜ੍ਹਿਆ ਲਿਖਿਆ ਬੁੱਧੀਮਾਨ ਮੂਰਖ ਕਿਹਾ ਜਾਂਦਾ ਹੈ। ਮੁਹੰਮਦ ਬਿਨ ਤੁਗਲਕ, ਈਬਨ ਬਤੂਤਾ ਨੇ ਇਸ ਦੇ ਰਾਜ ਦੇ ਸਮੇਂ ਦਿੱਲੀ ਸਲਤਨਤ ਦੀ ਯਾਤਰਾ ਕੀਤੀ ਸੀ। ਮੁਹੰਮਦ ਬਿਨ ਤੁਗਲਕ ਦਾ ਸ਼ਾਸਨ ਪ੍ਰਬੰਧ, ਰਾਜਧਾਨੀ ਨੂੰ ਬਦਲਣਾ। ਮੁਹੰਮਦ ਬਿਨ ਤੁਗਲਕ ਦੇ ਕੋਲ ਇੱਕ ਵਿਸ਼ਾਲ ਸਾਮਰਾਜ ਸੀ, ਇਸ ਲਈ 1327 ਈਸਵੀ ਵਿੱਚ ਉਸਨੇ ਸਾਮਰਾਜ ਦੀ ਰਾਜਧਾਨੀ ਦਿੱਲੀ ਤੋਂ ਦੇਵਗਿਰੀ, ਅਸੀਂ ਕੀਤਾ ਸੀ ਨਾ ਵੀ ਅਲਾਉਦੀਨ ਖਿਲਜੀ ਦਾ ਜੋ ਉਸਨੇ ਭੇਜਿਆ ਸੀਗਾ ਮਲਿਕ ਕਫੂਰ ਨੂੰ ਦੱਖਣ ਵੱਲ, ਤਾਂ ਦੇਵਗਿਰੀ ਕਿੱਥੇ ਸੀਗਾ? ਇਹ ਹੈਗਾ ਸੀ ਸਾਡਾ ਮਹਾਰਾਸ਼ਟਰ ਦੇ ਜ਼ਿਲ੍ਹਾ ਔਰੰਗਾਬਾਦ ਵਿੱਚ, ਤਾਂ ਜਿਸ ਨੂੰ ਦੌਲਤਾਬਾਦ ਵੀ ਕਿਹਾ ਗਿਆ। ਉਸ ਦਾ ਨਾਂ ਦੌਲਤਾਬਾਦ ਰੱਖ ਦਿੱਤਾ ਸੀ। ਤਾਂ ਦੇਵਗਿਰੀ ਵੀ ਜਿੱਥੇ ਯਾਦਵ ਵੰਸ਼ ਦਾ ਰਾਜ ਸੀ, ਉਸ 'ਤੇ ਅਲਾਉਦੀਨ ਖਿਲਜੀ ਨੇ ਜਿੱਤ ਕੀਤੀ ਸੀ, ਪਰ ਉਹਨਾਂ ਦੇ ਇਲਾਕੇ ਉਹਨਾਂ ਤੱਕ ਹੀ ਰਹਿਣ ਦਿੱਤੇ ਸਨ। ਪਰ ਜੋ ਤੁਗਲਕ ਵੰਸ਼ ਹੋਇਆ, ਇਹਨਾਂ ਨੇ ਦੇਵਗਿਰੀ ਤੱਕ ਮਾਰ ਕਰ ਲਈ ਸੀ। ਤਾਂ ਮੁਹੰਮਦ ਬਿਨ ਤੁਗਲਕ ਨੇ ਦਿੱਲੀ ਤੋਂ ਦੇਵਗਿਰੀ ਰਾਜਧਾਨੀ ਬਦਲਣ ਦਾ ਫੈਸਲਾ ਕੀਤਾ। ਇਹ ਵੀ ਕੁਐਸਚਨ ਬਹੁਤ ਵਾਰੀ ਆਇਆ ਵੀ ਕਿਹੜੇ ਸੁਲਤਾਨ ਨੇ ਰਾਜਧਾਨੀ ਦਿੱਲੀ ਤੋਂ ਦੇਵਗਿਰੀ ਕੀਤੀ ਸੀ? ਮੁਹੰਮਦ ਬਿਨ ਤੁਗਲਕ ਨੇ। ਜੇ ਇਹ ਵੀ ਕੁਐਸਚਨ ਆਉਂਦਾ ਮੁਹੰਮਦ ਬਿਨ ਤੁਗਲਕ ਨੇ ਰਾਜਧਾਨੀ ਕਿੱਥੇ ਕੀਤੀ ਸੀ, ਤਾਂ ਦਿੱਲੀ ਤੋਂ ਦੇਵਗਿਰੀ। ਜਿਵੇਂ ਕੁਤਬੁਦੀਨ ਐਬਕ ਸੀਗਾ, ਉਸ ਦੀ ਰਾਜਧਾਨੀ ਸੀ ਲਾਹੌਰ। ਬਦਲਣ ਦੇ ਦੋ ਕਾਰਨ ਸਨ। ਸਾਮਰਾਜ ਦੀ ਮੰਗੋਲਾਂ ਦੇ ਹਮਲੇ ਤੋਂ ਰੱਖਿਆ ਕਰਨਾ, ਕਿਉਂਕਿ ਮੰਗੋਲ ਲਗਾਤਾਰ ਭਾਰਤ ਉੱਤੇ ਹਮਲੇ ਕਰ ਰਹੇ ਸਨ। ਤਾਂ ਇਹ ਚਾਹੁੰਦਾ ਸੀਗਾ ਵੀ ਜੋ ਰਾਜਧਾਨੀ ਹੈ ਉਹ ਭਾਰਤ ਦੇ ਸੈਂਟਰ ਵਿੱਚ ਹੋਵੇ, ਕਿਉਂਕਿ ਦੱਖਣ ਨਦੀ ਨਰਮਦਾ
ਗੋਦਾਵਰੀ ਜਦੋਂ ਇਹ ਦੱਖਣ ਵਾਲੇ ਪਾਸੇ ਜਾਂਦੇ ਹਾਂ ਤਾਂ ਮਹਾਰਾਸ਼ਟਰ ਉੱਤਰ ਅਤੇ ਦੱਖਣ ਦੋਨਾਂ 'ਚ ਬਰਾਬਰ ਜੇ ਭਾਰਤ ਨੂੰ ਉੱਥੇ ਭਾਰਤ ਵੰਡਿਆ ਜਾਂਦਾ ਗਾ। ਤਾਂ ਕਰਕੇ ਚਾਹੁੰਦਾ ਸੀਗਾ ਵੀ ਭਾਰਤ ਦੇ ਦੋਨੇ ਪਾਸਿਆਂ ਤੋਂ ਇੱਕ ਤਾਂ ਭਾਰਤ ਦੇ ਜੋ ਮੰਗੋਲ ਨੇ ਦਿੱਲੀ, ਕਿਉਂਕਿ ਉੱਤਰ ਪੱਛਮ ਵਾਲੇ ਦਿੱਲੀ ਤੱਕ ਪਹੁੰਚਣਾ ਸੰਭਵ ਛੇਤੀ ਸੀਗਾ, ਅਤੇ ਇਹ ਚਾਹੁੰਦਾ ਸੀ ਵੀ ਜੋ ਦੁਸ਼ਮਣ ਹੈ ਉਹ ਛੇਤੀ ਛੇਤੀ ਹਮਲਾ ਨਾ ਕਰ ਸਕੇ, ਤਾਂ ਮੰਗੋਲਾਂ ਦੇ ਹਮਲਿਆਂ ਤੋਂ ਬਚਾਉਣ ਲਈ ਰਾਜਧਾਨੀ ਇਸ ਨੇ ਕੀਤੀ ਸੀਗੀ ਦੇਵਗਿਰੀ ਦੌਲਤਾਬਾਦ ਦੱਖਣ ਵੱਲ। ਸਮਰਾਜ ਦੇ ਸ਼ਾਸਨ ਪ੍ਰਬੰਧ ਨੂੰ ਦਿੱਲੀ ਦੀ ਬਜਾਏ ਦੇਵਗਿਰੀ ਤੋਂ ਚੰਗੀ ਤਰ੍ਹਾਂ ਚਲਾ ਸਕਣਾ, ਕਿਉਂਕਿ ਜੋ ਦੇਵਗਿਰੀ ਸੀਗਾ ਇਸ ਦੇ ਅਨੁਸਾਰ ਭਾਰਤ ਦੇ ਦੋਨੇ ਪਾਸੇ ਦੱਖਣ ਅਤੇ ਉੱਤਰ ਦੇ ਵਿਚਕਾਰ ਸੀ। ਤਾਂ ਕਰਕੇ ਇਹ ਚਾਹੁੰਦਾ ਸੀਗਾ ਕਿ ਵੀ ਜੋ ਸ਼ਾਸਨ ਆ ਉਹ ਵਧੀਆ ਚੱਲ ਸਕੇ, ਪਰ ਇਸ ਦੀ ਇਹ ਦੋਨੇ ਹੀ ਚਾਲਾਂ ਗਲਤ ਹੋਈਆਂ। ਮੁਹੰਮਦ ਬਿਨ ਤੁਗਲਕ ਨੇ ਲੋਕਾਂ ਨੂੰ ਦਿੱਲੀ ਤੋਂ ਦੌਲਤਾਬਾਦ ਜਾਣ ਲਈ ਮਜਬੂਰ ਕੀਤਾ। ਉਹਨਾਂ ਵਿੱਚੋਂ ਸੈਂਕੜੇ ਲੋਕ ਰਾਹ ਵਿੱਚ ਹੀ ਮਰ ਗਏ। ਉਸ ਦੁਆਰਾ ਰਾਜਧਾਨੀ ਬਦਲੀ ਜਾਣ ਕਾਰਨ ਪਿੱਛੋਂ ਉੱਤਰੀ ਭਾਰਤ ਦਾ ਸ਼ਾਸਨ ਪ੍ਰਬੰਧ ਵਿਗੜਨਾ ਸ਼ੁਰੂ ਹੋ ਗਿਆ। ਹੁਣ ਉੱਤਰੀ ਭਾਰਤ 'ਚ ਕੋਈ ਜ਼ਿਆਦਾ ਵਧੀਆ ਨਾ ਹੋਏ ਅਤੇ ਵਿਦਰੋਹ ਹੋਣੇ ਸ਼ੁਰੂ ਹੋ ਗਏ। ਇਸ ਕਰਕੇ ਮੁਹੰਮਦ ਬਿਨ ਤੁਗਲਕ ਨੇ ਦਿੱਲੀ ਵਾਪਸ ਜਾਣ ਦਾ ਫੈਸਲਾ ਕੀਤਾ। ਇਸ ਕਰਕੇ ਉਸ ਦੀ ਰਾਜਧਾਨੀ ਬਦਲ ਕਰਨ ਯੋਜਨਾ ਅਸਫਲ ਹੋਈ। ਜੇਕਰ ਸਾਨੂੰ ਕੋਈ ਇੱਕੋ ਲਗਤ ਕਹੇ ਵੀ ਆਪਣਾ ਘਰ ਛੱਡ ਕੇ ਕਿਤੇ ਹੋਰ ਚਲੇ ਜਾਓ ਤਾਂ ਬੜਾ ਔਖਾ ਲੱਗਦਾ। ਤਾਂ ਜਿਨ੍ਹਾਂ ਲੋਕਾਂ ਦਾ ਦਿੱਲੀ ਨਾਲ ਪਿਆਰ ਸੀ, ਉਹਨਾਂ ਨੂੰ ਇੱਕੋ ਦਮ ਜਦੋਂ ਇਹ ਔਡਰ ਹੋਏ ਕਿ ਤੁਸੀਂ ਦੌਲਤਾਬਾਦ ਜਾਣਾ ਹੈ, ਦੇਵਗਿਰੀ ਜਾਣਾ ਹੈ, ਤਾਂ ਉਹਨਾਂ ਨੂੰ ਬੜਾ ਔਖਾ ਲੱਗਿਆ। ਅਤੇ ਬਾਕੀ ਜੋ ਦੱਖਣੀ ਦੱਖਣੀ ਭਾਰਤ ਦੇ ਵਿੱਚ ਉਸ ਸਮੇਂ ਹਿੰਦੂ ਰਾਜਿਆਂ ਦਾ ਰਾਜ ਸੀਗਾ, ਅਤੇ ਜੇ ਮੁਸਲਮਾਨ ਸੀ ਇਹ ਹਿੰਦੂਆਂ ਨੂੰ ਕਾਫਰ ਸਮਝਦੇ ਸੀਗੇ। ਤਾਂ ਕੁਝ ਲੋਕ ਤਾਂ ਉਹ ਚਾਹੁੰਦੇ ਸੀ ਅਸੀਂ ਕਾਫਰਾਂ ਦੇ ਕੋਲ ਨਹੀਂ ਜਾਣਾ, ਕਾਫਰਾਂ ਦੇ ਇਲਾਕੇ ਵਿੱਚ ਨਹੀਂ ਜਾਣਾ। ਇਸ ਗਮ ਦੇ ਵਿੱਚ ਹੀ ਲੋਕ ਮਰ ਗਏ ਸਨ। ਇਹ ਪਹਿਲੀ ਯੋਜਨਾ ਸੀ ਮੁਹੰਮਦ ਬਿਨ ਤੁਗਲਕ ਦੀ। 1325 ਦੇ ਵਿੱਚ ਇਹ ਸੁਲਤਾਨ ਬਣਿਆ ਸੀ, ਅਤੇ 2 ਸਾਲਾਂ ਬਾਅਦ ਜੇਕਰ ਭੁੱਲ ਜਾਓ ਤਾਂ ਯਾਦ ਕਰ ਸਕਦੇ ਹਾਂ ਅਸੀਂ ਕਿ ਦੂਸਰਾ ਸੁਲਤਾਨ ਸੀਗਾ ਇਹ ਤੁਗਲਕ ਵੰਸ਼ ਦਾ। ਤਾਂ 2 ਜੋੜ ਲਓ 1327, ਤਾਂ ਮੁਹੰਮਦ ਬਿਨ ਤੁਗਲਕ ਦੇ ਜੋ ਰਾਜਧਾਨੀ ਬਦਲਣ ਦੀ ਯੋਜਨਾ ਸੀ ਦਿੱਲੀ ਤੋਂ ਦੇਵਗਿਰੀ 1327 ਵਿੱਚ ਕੀਤੀ ਸੀ। ਫਿਰ ਕਾਂਸੇ ਦੇ ਸਿੱਕੇ ਜਾਰੀ ਕਰਨਾ। 1330 ਵਿੱਚ ਮੁਹੰਮਦ ਬਿਨ ਤੁਗਲਕ ਨੇ ਕਾਂਸੇ ਦੇ ਸਿੱਕੇ ਜਾਰੀ ਕੀਤੇ। ਇਸ ਸਮੇਂ ਦੌਰਾਨ ਸੰਸਾਰ ਵਿੱਚ ਚਾਂਦੀ ਦੀ ਕਮੀ ਸੀ, ਇਸ ਲਈ ਮੁਹੰਮਦ ਬਿਨ ਤੁਗਲਕ ਨੇ ਚਾਂਦੀ ਦੇ ਟਕੇ ਦੀ, ਉਸ ਸਮੇਂ ਚਾਂਦੀ ਦਾ ਟਕਾ ਚੱਲਦਾ ਸੀ, ਚਾਂਦੀ ਦਾ ਟਕਾ ਸੀ ਅਤੇ ਤਾਂਬੇ ਦਾ ਜਿੱਤਲ ਸੀ। ਤਾਂ ਇਸ ਨੇ ਕੀ ਕੀਤਾ, ਮੁਹੰਮਦ ਬਿਨ ਤੁਗਲਕ ਨੇ ਚਾਂਦੀ ਦੇ ਟਕੇ ਦੀ ਥਾਂ ਕਾਂਸੇ ਦੇ ਸਿੱਕੇ, ਬਰੋਂਜ਼ ਦੇ ਸਿੱਕੇ ਜਾਰੀ ਕੀਤੇ। ਉਹਨਾਂ ਦੀ ਕੀਮਤ ਚਾਂਦੀ ਦੇ ਸਿੱਕਿਆਂ ਦੇ ਬਰਾਬਰ ਸੀ, ਪਰੰਤੂ ਉਸ ਦੀ ਇਹ ਯੋਜਨਾ ਵੀ ਅਸਫਲ ਰਹੀ, ਕਿਉਂਕਿ ਲੋਕਾਂ ਨੇ ਵੱਡੀ ਗਿਣਤੀ ਵਿੱਚ ਨਕਲੀ ਸਿੱਕੇ ਬਣਾ ਲਏ ਸਨ। ਲੋਕਾਂ ਨੇ ਆਪਣੇ ਭਾਂਡਿਆਂ ਨੂੰ ਭੰਨ ਕੇ ਸਿੱਕੇ ਬਣਾ ਲਏ ਸਨ। ਇਸ ਨਾਲ ਵਪਾਰ ਵਿੱਚ ਬਹੁਤ ਕਮੀ ਹੋਈ। ਇਸ ਕਰਕੇ ਮੁਹੰਮਦ ਬਿਨ ਤੁਗਲਕ ਨੇ ਕਾਂਸੇ ਦੇ ਸਿੱਕੇ, ਬਰੋਂਜ਼ ਵਾਪਸ ਲੈ ਕੇ ਉਸ ਦੇ ਬਦਲੇ ਚਾਂਦੀ ਦੇ ਸਿੱਕੇ ਦਿੱਤੇ। ਲੋਕਾਂ ਨੇ ਵੱਡੀ ਮਾਤਰਾ ਵਿੱਚ ਕਾਂਸੇ ਦੇ ਨਕਲੀ ਸਿੱਕੇ ਬਣਾ ਲਏ ਅਤੇ ਬਦਲੇ ਵਿੱਚ ਸਰਕਾਰ ਪਾਸੋਂ ਚਾਂਦੀ ਦੇ ਸਿੱਕੇ ਪ੍ਰਾਪਤ ਕੀਤੇ। ਇਸ ਕਰਕੇ ਰਾਜ ਦਾ ਖਜ਼ਾਨਾ ਖਾਲੀ ਹੋ ਗਿਆ, ਕਿਉਂਕਿ ਉਸ ਸਮੇਂ ਨਾ ਤਾਂ ਕੋਈ ਟਕਸਾਲ ਸੀ, ਜਿਵੇਂ ਵਰਤਮਾਨ ਸਮੇਂ ਭਾਰਤ ਦੇ ਜੋ ਨੋਟ ਜਾਰੀ ਕਰਦਾ ਉਹ RBI ਕਰਦਾ, ਰਿਜ਼ਰਵ ਬੈਂਕ ਆਫ ਇੰਡੀਆ। RBI ਦੀ ਸਥਾਪਨਾ 1935 ਵਿੱਚ ਹੋਈ ਸੀ। ਅਤੇ ਪਰ ਜੋ ਮੁਹੰਮਦ ਬਿਨ ਤੁਗਲਕ ਨੇ ਇਹ ਜਾਰੀ ਤਾਂ ਕਰਤੇ, ਪਰ ਕੋਈ ਰਾਜ ਵੱਲੋਂ ਕੋਈ ਵੱਖਰੀ ਮੋਹਰ ਲੱਗਦੀ, ਕੋਈ ਨਾ ਕੋਈ ਉਹਦੇ ਉੱਤੇ ਨਿਸ਼ਾਨੀ ਰੱਖੀ ਜਾਂਦੀ, ਫਿਰ ਤਾਂ ਸੀ ਲੋਕਾਂ ਨੇ ਆਪਣੇ ਭਾਂਡੇ ਭੰਨ ਕੇ ਕਾਂਸੇ ਦੇ ਸਿੱਕੇ ਬਣਾ ਲਏ ਸਨ। ਤਾਂ ਇਹ ਯੋਜਨਾ ਵੀ ਅਸਫਲ ਰਹੀ। ਤਾਂ ਪਹਿਲਾਂ 1325 ਦੇ ਵਿੱਚ ਸੁਲਤਾਨ ਬਣਿਆ, 1327 ਦੇ ਵਿੱਚ ਰਾਜਧਾਨੀ ਦਿੱਲੀ ਤੋਂ ਦੇਵਗਿਰੀ, ਜਿਸ ਨੂੰ ਦੌਲਤਾਬਾਦ ਵੀ ਕਿਹਾ ਜਾਂਦਾ, ਉੱਥੇ ਪਹਿਲਾਂ ਰਾਜ ਕੀਤਾ ਸੀ ਯਾਦਵਾਂ ਦਾ। ਅਤੇ ਫਿਰ ਦੂਜੀ ਯੋਜਨਾ ਕੀ ਅਸਫਲ ਰਹੀ, ਕਾਂਸੇ ਦੇ, ਬਰੌਂਜੇ ਦੇ ਸਿੱਕੇ। ਕਾਹਦੇ? ਚਾਂਦੀ ਦੇ ਟਕੇ ਦੀ ਥਾਂ ਕਾਂਸੇ ਦੇ। ਚਾਂਦੀ ਦਾ ਟਕਾ ਸੀ ਅਤੇ ਤਾਂਬੇ ਦਾ ਜਿੱਤਲ ਸੀ ਉਸ ਸਮੇਂ ਪ੍ਰਚਲਿਤ, ਤਾਂ ਚਾਂਦੀ ਦੇ ਟਕੇ ਦੀ ਥਾਂ ਕਾਂਸੇ ਦੇ ਸਿੱਕੇ ਜਾਰੀ ਕੀਤੇ। ਅਤੇ ਦਬਾਅ ਵਿੱਚ ਲਗਾਨਬੰਦੀ। ਇਸ ਲਈ ਮੁਹੰਮਦ ਬਿਨ ਤੁਗਲਕ ਨੇ ਦਬਾਅ ਵਿੱਚ ਭੂਮੀ ਲਗਾਨ ਵਧਾ ਦਿੱਤਾ, ਕਿਉਂਕਿ ਆਰਥਿਕ ਘਾਟਾ ਬਹੁਤ ਜ਼ਿਆਦਾ ਹੋ ਗਿਆ ਸੀ। ਕਾਂਸੇ ਦੇ ਸਿੱਕੇ ਦੇ ਬਦਲੇ ਇਸ ਨੇ ਚਾਂਦੀ ਦੇ ਸਿੱਕੇ ਦਿੱਤੇ, ਚਾਂਦੀ ਦੇ ਟਕਾ ਦਿੱਤੇ। ਤਾਂ ਫਿਰ ਬੜਾ ਨੁਕਸਾਨ ਹੋਇਆ। ਤਾਂ ਫਿਰ ਕੀ ਕੀਤਾ, ਉਸ ਨੁਕਸਾਨ ਨੂੰ ਪੂਰਾ ਕਰਨ ਕਰਕੇ ਮੁਹੰਮਦ ਬਿਨ ਤੁਗਲਕ ਨੇ ਦਬਾਅ ਹੁੰਦਾ 2 ਦਰਿਆਵਾਂ ਦੇ ਵਿਚਕਾਰ ਦੀ ਧਰਤੀ, ਕਿਉਂਕਿ ਜੋ ਦੁਆਬਾ ਹੁੰਦਾ ਹੈ ਉਹ ਬੜਾ ਉਪਜਾਊ ਹੁੰਦਾ ਹੈ।
ਤਾਂ ਮੁਹੰਮਦ ਬਿਨ ਤੁਗਲਕ ਨੇ ਦੁਆਬ ਵਿੱਚ ਭੂਮੀ ਲਗਾਨ ਵਧਾ ਦਿੱਤਾ ਸੀ, ਕਿਉਂਕਿ ਇਹ ਖੇਤਰ ਅਧਿਕ ਉਪਜਾਊ ਸੀ। ਪਰੰਤੂ ਉਸਨੇ ਅਜਿਹਾ ਗਲਤ ਸਮੇਂ 'ਤੇ ਕੀਤਾ, ਕਿਉਂਕਿ ਉੱਥੇ ਭਿਆਨਕ ਕਾਲ ਪੈ ਜਾਣ ਕਰਕੇ ਫਸਲ ਦੀ ਬਹੁਤ ਕਮੀ ਹੋ ਗਈ ਸੀ। ਇਸ ਕਰਕੇ ਕਿਸਾਨ ਲਗਾਨ ਨਾ ਦੇ ਸਕੇ। ਮੁਹੰਮਦ ਬਿਨ ਤੁਗਲਕ ਦੇ ਅਧਿਕਾਰੀਆਂ ਨੇ ਕਿਸਾਨਾਂ 'ਤੇ ਅਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ। ਕਿਸਾਨਾਂ ਨੇ ਸੁਲਤਾਨ ਵਿਰੁੱਧ ਵਿਦਰੋਹ ਕਰ ਦਿੱਤਾ, ਜਿਸ ਕਰਕੇ ਸੁਲਤਾਨ ਨੇ ਆਪਣੇ ਆਦੇਸ਼ ਵਾਪਸ ਲੈ ਲਏ। ਭਾਵ ਸੁਲਤਾਨ ਨੂੰ ਆਪਣੇ ਆਦੇਸ਼ ਵਾਪਸ ਲੈਣੇ ਪੈ ਗਏ ਸਨ। ਅਤੇ ਇਹ ਵੀ ਇੱਕ ਉਸ ਦੀ ਬੜੀ ਵੱਡੀ ਮੂਰਖਤਾ ਸੀ। ਜੋ ਦੁਆਬ ਦੇ ਲੋਕ ਸੀ ਉਹ ਆਪਣੇ ਘਰ-ਬਾਰ ਛੱਡ ਕੇ ਜੰਗਲਾਂ ਵਿੱਚ ਜਾ ਕੇ ਰਹਿਣ ਲੱਗ ਗਏ ਸਨ, ਕਿਉਂਕਿ ਉਹਨਾਂ ਤੋਂ ਬੜੀ ਸਖਤੀ ਦੇ ਨਾਲ ਲਗਾਨ ਵਸੂਲ ਕੀਤਾ ਜਾਂਦਾ ਸੀ, ਉਹਨਾਂ ਦੀ ਕੁੱਟਮਾਰ ਕੀਤੀ ਜਾਂਦੀ ਸੀ। ਚੌਥੀ ਗਲਤੀ ਕੀ ਸੀਗੀ? ਖੁਰਾਸੈਨ ਨੂੰ ਜਿੱਤਣ ਦੀ ਯੋਜਨਾ। ਮੁਹੰਮਦ ਬਿਨ ਤੁਗਲਕ ਇੱਕ ਮਹਾਨ ਬਾਦਸ਼ਾਹ ਬਣਨਾ ਚਾਹੁੰਦਾ ਸੀ। ਇਸ ਕਰਕੇ ਉਸਨੇ ਖੁਰਾਸੈਨ ਨੂੰ ਜਿੱਤਣ ਦਾ ਫੈਸਲਾ ਕੀਤਾ। ਉਸਨੇ ਇੱਕ ਵੱਡੀ ਸੈਨਾ ਇਕੱਠੀ ਕੀਤੀ। ਇਹਨਾਂ ਸੈਨਿਕਾਂ ਨੂੰ 1 ਸਾਲ ਦੀ ਤਨਖਾਹ ਦਿੱਤੀ ਗਈ। ਉਹਨਾਂ ਦੀ ਟ੍ਰੇਨਿੰਗ ਅਤੇ ਹਥਿਆਰਾਂ ਉੱਤੇ ਬਹੁਤ ਸਾਰਾ ਧਨ ਖਰਚ ਕੀਤਾ ਗਿਆ। ਪਰੰਤੂ 1 ਸਾਲ ਬਾਅਦ ਸੁਲਤਾਨ ਨੇ ਖੁਰਾਸਨ ਨੂੰ ਜਿੱਤਣ ਦਾ ਵਿਚਾਰ ਛੱਡ ਦਿੱਤਾ। ਅਤੇ ਜੋ ਖੁਰਾਸਨ ਸੀ ਉਹ ਈਰਾਨ ਦੇ ਵਿੱਚ, ਭਾਵ ਈਰਾਨ ਤੱਕ ਇਹ ਆਪਣੀ ਪਹੁੰਚ ਬਣਾਉਣੀ ਚਾਹੁੰਦਾ ਸੀ, ਪਰ ਇਸ ਤੋਂ ਇਹ ਗੱਲ ਨਾ ਬਣੀ। ਤਾਂ ਖੁਰਾਸਨ ਨੂੰ ਜਿੱਤਣ ਦਾ ਵਿਚਾਰ ਛੱਡ ਦਿੱਤਾ। ਸੈਨਿਕਾਂ ਨੂੰ ਬਰਖਾਸਤ ਕਰ ਦਿੱਤਾ ਗਿਆ, ਭਾਵ ਨੌਕਰੀ 'ਚੋਂ ਕੱਢ ਦਿੱਤਾ ਗਿਆ। ਸਿੱਟੇ ਵਜੋਂ ਉਹਨਾਂ ਨੇ ਰਾਜ ਵਿੱਚ ਅਸ਼ਾਂਤੀ ਫੈਲਾ ਦਿੱਤੀ। ਇਸ ਕਰਕੇ ਰਾਜ ਵਿੱਚ ਵਿਦਰੋਹ ਸ਼ੁਰੂ ਹੋ ਗਏ ਅਤੇ ਬਹੁਤ ਸਾਰੇ ਰਾਜਾਂ ਨੇ ਆਪਣੀ ਸੁਤੰਤਰਤਾ ਦਾ ਐਲਾਨ ਕਰ ਦਿੱਤਾ। ਇਸ ਕਰਕੇ ਸੁਲਤਾਨ ਦਾ ਆਪਣੇ ਸਵਰਾਜ 'ਤੇ ਕਾਬੂ ਨਾ ਰਿਹਾ ਅਤੇ ਬਾਅਦ ਵਿੱਚ 1351 ਈਸਵੀ ਵਿੱਚ ਉਸ ਦੀ ਮੌਤ ਹੋ ਗਈ। ਅਤੇ 1351 'ਚ ਮੌਤ ਹੋ ਗਈ ਸੀ। ਅਤੇ ਇੱਕ ਇਹਨੇ 5ਵੀਂ ਗਲਤੀ ਹੋਰ ਕੀਤੀ ਸੀ, ਉਹ ਕੀਤੀ ਸੀਗੀ ਭੂਮੀ ਨੂੰ ਉਪਜਾਊ ਬਣਾਉਣ ਲਈ। ਤਾਂ ਇਹਨੇ ਹੋਰ ਵੀ ਇਹ 4 ਗਲਤੀਆਂ ਇਸ ਦੀਆਂ ਮੇਨ ਸੀ, ਜਿਨ੍ਹਾਂ ਕਰਕੇ ਇਸ ਨੂੰ ਬੁੱਧੀਮਾਨ ਮੂਰਖ ਕਿਹਾ ਜਾਂਦਾ ਸੀ। ਪੰਜਾਬ ਬੋਰਡ ਦੀ ਕਿਤਾਬ ਦੇ ਵਿੱਚ ਇਸ ਦੀਆਂ 4 ਗਲਤੀਆਂ ਦਿੱਤੀਆਂ ਹੋਈਆਂ ਨੇ। ਅਤੇ 1351 ਵਿੱਚ ਉਸ ਦੀ ਮੌਤ ਹੋ ਗਈ ਸੀ। 1327 ਵਿੱਚ ਰਾਜਧਾਨੀ ਦਿੱਲੀ ਤੋਂ ਦੌਲਤਾਬਾਦ। 1330 ਵਿੱਚ ਸਿੱਕੇ ਜਾਰੀ ਕਰਨਾ, ਕਾਂਸੇ ਦੇ ਸਿੱਕੇ, ਤਾਂ ਚਾਂਦੀ ਦੇ ਟਕੇ ਦੇ ਬਰਾਬਰ। ਤੀਜੀ ਗਲਤੀ ਕੀਤੀ ਸੀਗੀ ਦਬਾਬ ਦੇ ਵਿੱਚ ਲਗਾਨ ਦਾ ਵਧਾ ਦੇਣਾ। ਚੌਥੀ ਗਲਤੀ ਕੀਤੀ ਸੀ ਖੁਰਾਸਨ ਨੂੰ ਜਿੱਤਣ ਦੀ ਯੋਜਨਾ, ਜੋ ਕਿ ਈਰਾਨ ਵਿੱਚ ਸੀ। ਠੀਕ ਹੈ ਜੀ, ਇਹ 4 ਯੋਜਨਾਵਾਂ ਵਿੱਚ ਅਸਫਲ ਰਿਹਾ ਅਤੇ 1325 ਤੋਂ 1352 ਤੱਕ ਰਾਜ ਕੀਤਾ ਅਤੇ 1351 ਵਿੱਚ ਇਸ ਦੀ ਮੌਤ ਹੋ ਗਈ ਸੀ। ਇਸ ਤੋਂ ਅੱਗੇ ਇਹ ਸਾਡਾ ਤੁਗਲਕ ਸਾਮਰਾਜ ਦਾ ਨਕਸ਼ਾ ਹੈ। ਜੇਕਰ ਅਸੀਂ ਨਕਸ਼ਾ ਚੰਗੀ ਤਰ੍ਹਾਂ ਦੇਖੀਏ ਤਾਂ ਦੇਖੋ, ਉੱਪਰੋਂ ਥੱਲੇ ਰਾਜਧਾਨੀ ਲੈ ਆਇਆ ਇਹ, ਉੱਪਰੋਂ ਰਾਜਧਾਨੀ ਨੀਚੇ ਲੈ ਆਇਆ ਦੇਵਗਿਰੀ, ਦੌਲਤਾਬਾਦ। ਤਾਂ ਦੇਖੋ ਇੱਥੇ ਸੈਂਟਰ ਇਸਨੂੰ ਤਾਂ ਇਹ ਸੀਗਾ ਵੀ ਸੈਂਟਰ ਹੈਗਾ ਇਹ ਉੱਤਰੀ ਭਾਰਤ ਅਤੇ ਦੱਖਣੀ ਭਾਰਤ ਦਾ, ਅਤੇ ਉੱਧਰੋਂ ਉੱਤਰ ਪੱਛਮ ਵਾਲੇ ਪਾਸੇ ਜੋ ਮੰਗੋਲ ਸੀ ਉਹਨਾਂ ਤੋਂ ਰੱਖਿਆ ਹੋ ਜਾਊਗੀ। ਪਰ ਜਦੋਂ ਦੇਵਗਿਰੀ ਤੱਕ ਆਉਂਦੇ ਕੁਝ ਲੋਕ ਤਾਂ ਮਰ ਗਏ ਅਤੇ ਜਾਂ ਕੀ ਹੋਇਆ, ਅਤੇ ਉੱਪਰ ਬੰਗਾਲ ਵਾਲੇ ਪਾਸੇ ਸਾਰੇ ਪਾਸੇ ਬਗਾਵਤਾਂ ਹੋ ਗਈਆਂ, ਤਾਂ ਕਰਕੇ ਇਹਨੂੰ ਦੁਬਾਰੇ ਵਾਪਸ ਜਾਣਾ ਪਿਆ ਸੀਗਾ ਦਿੱਲੀ। ਤਾਂ ਆਉਣ ਜਾਣ ਦੇ ਵਿੱਚ ਹੀ ਬੜਾ ਖਰਚਾ ਹੋ ਗਿਆ ਸੀ। ਤਾਂ ਦੇਵਗਿਰੀ 'ਤੇ ਸੀਗਾ ਯਾਦਵਾਂ, ਅਤੇ ਇੱਧਰ ਵਾਰੰਗਲ ਆਂਧਰਾ ਪ੍ਰਦੇਸ਼ ਵਾਲੇ ਪਾਸੇ, ਵਰਤਮਾਨ ਤੇਲੰਗਾਨਾ ਦੇ ਵਿੱਚ ਦਵਾਰ ਸਮੁੰਦਰ, ਅਤੇ ਉਸ ਤੋਂ ਨੀਚੇ ਸਾਡਾ ਮਦੁਰਾਈ। ਇਹ 4 ਸ਼ਾਸਕ ਸੀ, 4 ਹਿੱਸੇ ਸੀਗੇ ਜਿਹੜੇ ਮਲਿਕ ਕਫੂਰ ਨੇ ਜਿੱਤੇ ਸਨ। ਇਸ ਤੋਂ ਅੱਗੇ ਸਾਡਾ ਆ ਗਿਆ ਫਿਰੋਜ਼ ਸ਼ਾਹ ਤੁਗਲਕ। ਮੁਹੰਮਦ ਬਿਨ ਤੁਗਲਕ ਦੀ ਮੌਤ ਹੋ ਜਾਣ ਪਿੱਛੋਂ ਫਿਰੋਜ਼ ਸ਼ਾਹ ਤੁਗਲਕ ਹੈ, ਇਸ ਦਾ ਚਚੇਰਾ ਭਰਾ ਸੀ ਮੁਹੰਮਦ ਬਿਨ ਤੁਗਲਕ ਦਾ। ਦਿੱਲੀ ਸਲਤਨਤ ਦਾ ਸੁਲਤਾਨ ਬਣਿਆ। ਉਸਨੇ 1351 ਤੋਂ 1388 ਈਸਵੀ ਤੱਕ ਸ਼ਾਸਨ ਕੀਤਾ। ਫਿਰੋਜ਼ ਸ਼ਾਹ ਨੇ ਲੋਕਾਂ ਦੀ ਭਲਾਈ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ। ਉਸਨੇ ਕਈ ਨਹਿਰਾਂ, ਤਲਾਬ, ਖੂਹ, ਹਸਪਤਾਲ, ਸਰਾਵਾਂ ਆਦਿ ਬਣਵਾਏ। ਉਸਨੇ ਕੁਝ ਨਵੇਂ ਕਸਬੇ ਜਿਵੇਂ ਕਿ ਫਿਰੋਜ਼ਾਬਾਦ, ਫਿਰੋਜ਼ਪੁਰ, ਜੌਨਪੁਰ ਇਹਨੇ ਬਣਾਇਆ ਸੀਗਾ, ਕਿਉਂਕਿ ਇਸ ਦਾ ਨਾਂ ਸੀ ਜੂਨਾ ਖਾਨ ਮੁਹੰਮਦ ਬਿਨ ਤੁਗਲਕ ਦਾ। ਇਹਦੀ ਯਾਦ ਵਿੱਚ ਹਿਸਾਰ, ਜੋ ਸਾਡਾ ਹਰਿਆਣੇ 'ਚ ਹਿਸਾਰ ਹੈਗਾ, ਇਹ ਵੀ ਫਿਰੋਜ਼ ਸ਼ਾਹ ਤੁਗਲਕ ਨੇ ਬਣਾਇਆ ਸੀ। ਤਾਂ ਫਿਰੋਜ਼ਾਬਾਦ, ਫਿਰੋਜ਼ਪੁਰ, ਜੌਨਪੁਰ, ਹਿਸਾਰ ਆਦਿ ਵੀ ਸਥਾਪਿਤ ਕੀਤੇ। ਉਸਨੇ ਕਈ ਸਿੱਖਿਆ ਸੰਸਥਾਵਾਂ ਵੀ ਸਥਾਪਿਤ ਕੀਤੀਆਂ, ਭਾਵ ਸਿੱਖਿਆ ਦੇਣ ਦਾ ਪ੍ਰਬੰਧ ਕੀਤਾ। ਪਰੰਤੂ 1388 ਈਸਵੀ ਵਿੱਚ ਉਸ ਦੀ ਮੌਤ ਹੋ ਗਈ। ਤਾਂ 1351 ਤੋਂ ਲੈ ਕੇ 1388 ਈਸਵੀ ਤੱਕ ਫਿਰੋਜ਼ ਸ਼ਾਹ ਤੁਗਲਕ ਨੇ ਸ਼ਾਸਨ ਕੀਤਾ ਸੀਗਾ।
ਅਤੇ ਇਸ ਤੋਂ ਅੱਗੇ ਤੁਗਲਕ ਸਾਮਰਾਜ ਦਾ ਪਤਨ ਅਤੇ ਤੈਮੂਰ ਦਾ ਹਮਲਾ। ਫਿਰੋਜ਼ ਸ਼ਾਹ ਤੁਗਲਕ ਦੇ ਉੱਤਰਾਧਿਕਾਰੀ ਸਾਮਰਾਜ ਦੇ ਸ਼ਾਸਨ ਪ੍ਰਬੰਧ ਵੱਲ ਧਿਆਨ ਨਾ ਦੇ ਸਕੇ। ਤੈਮੂਰ ਕੌਣ ਸੀਗਾ? ਮੱਧ ਏਸ਼ੀਆ ਵਿੱਚ ਬਲਖ ਦਾ ਸ਼ਾਸਕ। ਅਫਗਾਨਿਸਤਾਨ ਮੱਧ ਏਸ਼ੀਆ ਵਿੱਚ ਬਲਖ ਦਾ ਸ਼ਾਸਕ ਸੀ। ਦੇਖੋ ਜੋ ਬਲਖ ਸੀ, ਬਲਖ ਦੇ ਉੱਤੇ ਇੱਕ ਕਨਿਸ਼ਕ ਦਾ ਅਧਿਕਾਰ ਹੋ ਗਿਆ ਸੀ, ਦੂਜਾ ਚੰਦਰਗੁਪਤ, ਦੂਜਾ ਵਿਕਰਮਾਦਿੱਤਿਆ। ਇਹ ਦੋ ਸ਼ਾਸਕ ਹੋਇਆਂਗੇ ਜਿਨ੍ਹਾਂ ਦਾ ਬਲਖ ਤੱਕ ਅਧਿਕਾਰ ਹੋ ਗਿਆ ਸੀ। 1398 ਵਿੱਚ ਉਸਨੇ ਭਾਰਤ 'ਤੇ ਹਮਲਾ ਕੀਤਾ ਅਤੇ ਦਿੱਲੀ ਦੀ ਲੁੱਟ-ਮਾਰ ਕੀਤੀ। ਤੈਮੂਰ ਦੇ ਮੱਧ ਏਸ਼ੀਆ ਵਾਪਸ ਜਾਣ ਪਿੱਛੋਂ ਪੰਜਾਬ, ਮਾਲਵਾ ਵਰਤਮਾਨ ਮੱਧ ਪ੍ਰਦੇਸ਼, ਮੈਵਾੜ ਰਾਜਸਥਾਨ 'ਚ, ਜੌਨਪੁਰ, ਖਾਨਦੇਸ਼, ਗੁਜਰਾਤ ਆਦਿ ਪ੍ਰਾਂਤਾਂ ਨੇ ਆਪਣੇ ਆਪ ਨੂੰ ਸੁਤੰਤਰ ਘੋਸ਼ਿਤ ਕਰ ਦਿੱਤਾ। ਦਿੱਲੀ ਛੱਡਣ ਤੋਂ ਪਹਿਲਾਂ ਤੈਮੂਰ ਨੇ ਖਿਜ਼ਰ ਖਾਂ ਨੂੰ ਮੁਲਤਾਨ, ਲਾਹੌਰ ਅਤੇ ਦੀਪਾਲਪੁਰ ਭਾਵ ਉੱਤਰ ਪੱਛਮੀ ਵਾਲੇ ਇਲਾਕੇ ਭਾਰਤ ਦੇ ਪੰਜਾਬ ਦੇ ਜੋ ਪਾਕਿਸਤਾਨ 'ਚ ਹੈ, ਮੁਲਤਾਨ, ਲਾਹੌਰ ਅਤੇ ਦੀਪਾਲਪੁਰ ਦਾ ਗਵਰਨਰ ਨਿਯੁਕਤ ਕੀਤਾ। 1414 ਈਸਵੀ ਵਿੱਚ ਖਿਜ਼ਰ ਖਾਂ ਨੇ ਦਿੱਲੀ ਨੂੰ ਜਿੱਤ ਲਿਆ ਅਤੇ ਤੁਗਲਕ ਸਾਮਰਾਜ ਦਾ ਪਤਨ ਕਰ ਦਿੱਤਾ। ਤਾਂ 1414 ਈਸਵੀ ਵਿੱਚ ਖਿਜ਼ਰ ਖਾਂ ਨੇ ਤੁਗਲਕ ਸਾਮਰਾਜ ਦਾ ਅੰਤ ਕਰ ਦਿੱਤਾ ਸੀ ਅਤੇ ਸੱਯਦ ਵੰਸ਼ ਦੀ ਉਸਨੇ ਨੀਂਹ ਰੱਖੀ ਸੀ। ਇਸ ਤਰ੍ਹਾਂ ਅਸੀਂ ਨੇ ਇਹ ਸਾਰਾ ਤੁਗਲਕ ਵੰਸ਼ ਬਾਰੇ ਕੀਤਾ। 1388 ਈਸਵੀ ਵਿੱਚ ਫਿਰੋਜ਼ ਸ਼ਾਹ ਤੁਗਲਕ ਦੀ ਮੌਤ ਹੋ ਗਈ ਸੀ ਅਤੇ 1388 ਤੋਂ ਬਾਅਦ 1414 ਤੱਕ ਤੁਗਲਕ ਵੰਸ਼ ਚੱਲਿਆ, ਪਰ ਕੋਈ ਜ਼ਿਆਦਾ ਗੱਲ ਨਾ ਬਣੀ। ਤਾਂ 1414 ਈਸਵੀ ਵਿੱਚ ਖਿਜ਼ਰ ਖਾਂ ਨੇ ਦਿੱਲੀ ਨੂੰ ਜਿੱਤ ਲਿਆ ਅਤੇ ਤੁਗਲਕ ਸਾਮਰਾਜ ਦਾ ਪਤਨ ਕਰ ਦਿੱਤਾ ਅਤੇ ਉਸਨੇ ਸੱਯਦ ਵੰਸ਼ ਦੀ ਨੀਂਹ ਰੱਖੀ ਸੀ, ਜੋ ਅਸੀਂ ਇਸ ਤੋਂ ਅੱਗੇ ਕਰਾਂਗੇ।